ਤਾਂ ਆਪਾਂ ਸਟਾਰਟ ਕਰਦੇ ਹਾਂ। ਅਗੇਨ ਜੋ ਬੱਚੇ ਇਨਰੋਲ ਹੋਣਾ ਚਾਹੁੰਦੇ ਨੇ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਹੋਏ ਨੰਬਰ ਦੇ ਉੱਪਰ ਕਾਲ ਕਰਕੇ ਜਾਂ ਜੋ ਐਪ ਦਾ ਲਿੰਕ ਦਿੱਤਾ ਹੋਇਆ ਉਹਦੇ ਉੱਪਰ ਜਾ ਕੇ ਇਨਰੋਲਮੈਂਟ ਲੈ ਸਕਦੇ ਆ। ਆਪਾਂ ਸਟਾਰਟ ਕਰਦੇ ਹਾਂ। ਆਪਣੇ ਕੋਲ ਫਰਸਟ ਕੁਐਸਚਨ ਆ, ਨਾਈਟ ਬਲਾਈਂਡਨੈਸ ਇਜ਼ ਕਾਜ਼ਡ ਡਿਊ ਟੂ ਦਾ ਡੈਫੀਸ਼ੀਐਂਸੀ ਆਫ। ਨਾਈਟ ਬਲਾਈਂਡਨੈਸ ਕਿਹਦੇ ਕਰਕੇ ਹੁੰਦੀ ਆ? ਵੈਸੇ ਵੀ ਅੱਖਾਂ ਨੂੰ ਇਫੈਕਟ ਕਰਨ ਵਾਲਾ ਜਿਹੜਾ ਵਿਟਾਮਿਨ ਹੁੰਦਾ ਉਹ ਕਿਹੜਾ ਹੁੰਦਾ? ਵਿਟਾਮਿਨ ਏ। ਇਸ ਕਰਕੇ ਜਿਹੜਾ ਹੈਗਾ ਰਾਤ ਦਾ ਅੰਧਰਾਤਾ ਕਿਹਦੀ ਕਮੀ ਦੇ ਨਾਲ ਹੋ ਜਾਂਦਾ ਹੈਗਾ? ਏ ਦੇ ਨਾਲ। ਵਿਟਾਮਿਨ ਬੀ ਦੀ ਕਮੀ ਦੇ ਨਾਲ ਕੀ ਹੋ ਜਾਂਦਾ ਹੈਗਾ? ਬੇਰੀ ਰੋਗ। ਤੇ ਵਿਟਾਮਿਨ ਸੀ ਦੀ ਕਮੀ ਦੇ ਨਾਲ ਸਕਰਵੀ ਰੋਗ। ਤੇ ਵਿਟਾਮਿਨ ਈ ਦੀ ਕਮੀ ਦੇ ਨਾਲ ਔਰਤਾਂ ਦੇ ਵਿੱਚ ਜਿਹੜੀ ਹੈਗੀ ਆ ਪ੍ਰੋਡਕਸ਼ਨ ਨਹੀਂ ਕਰ ਸਕਦੀਆਂ, ਬਾਂਝਪਨ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਸੈਕੰਡ ਕੁਐਸਚਨ ਆਪਣੇ ਕੋਲ, ਡਾਊਨ ਸਿੰਡਰੋਮ ਐਂਡ ਹੀਮੋਫੀਲੀਆ ਆਰ ਐਗਜ਼ਾਮਪਲ ਆਫ। ਡਾਊਨ ਸਿੰਡਰੋਮ ਆ ਜਿਹੜਾ 21 ਟੋਟਲ ਜਿਹੜੇ ਹੈਗੇ ਆਪਣੇ ਕੋਲ ਪੇਅਰ ਦੇ ਵਿੱਚ 23 ਕ੍ਰੋਮੋਜ਼ੋਮ ਹੁੰਦੇ ਆ। 21 ਕ੍ਰੋਮੋਜ਼ੋਮ ਹੁੰਦਾ ਜਿਹੜਾ ਉਹਦੇ ਵਿੱਚ ਮੇਲ ਤੇ ਫੀਮੇਲ ਕਿਸੇ ਵੀ ਵੱਲੋਂ ਕਿਸੇ ਤਰੀਕੇ ਨਾਲ ਜੋੜੇ ਦੀ ਜਗ੍ਹਾ ਟੋਟਲ 3 ਬਣ ਜਾਂਦੇ ਆ ਜਿਹੜੇ ਕ੍ਰੋਮੋਜ਼ੋਮ ਹੁੰਦੇ ਆ, ਪੇਅਰ ਦੇ ਵਿੱਚ ਨਹੀਂ ਹੁੰਦੇ। ਇੱਕ ਜਿਹੜਾ ਕ੍ਰੋਮੋਜ਼ੋਮ ਆ ਇਨਕਰੀਜ਼ ਹੋ ਜਾਂਦਾ, ਇਸ ਕਰਕੇ ਆ ਜਿਹੜੀ ਗਿਣਤੀ ਵਧਣ ਦੇ ਕਰਕੇ ਡਾਊਨ ਸਿੰਡਰੋਮ ਦੀ ਸਮੱਸਿਆ ਆਉਂਦੀ ਆ। ਹੀਮੋਫੀਲੀਆ ਦੀ ਪ੍ਰੋਬਲਮ ਆਉਂਦੀ ਹੈਗੀ ਹੈ ਜਦੋਂ ਕਿਸੇ ਵੀ ਪਰਸਨ ਦੇ ਕੋਈ ਸੱਟ ਲੱਗਦੀ ਹੈ ਤਾਂ ਬਲੀਡਿੰਗ ਨਹੀਂ ਰੁਕਦੀ, ਉਸ ਸਿਚੁਏਸ਼ਨ ਦੇ ਵਿੱਚ ਹੀਮੋਫੀਲੀਆ ਹੁੰਦੀ ਆ। ਇਹ ਦੋਨੋਂ ਹੀ ਬਿਮਾਰੀਆਂ ਆਪਣੇ ਹੈਰੀਡਿਟੀ ਡਿਸੀਜ਼ਸ ਨੇ। ਹੈਰੀਡਿਟੀ ਡਿਸੀਜ਼ਸ ਆਪਾਂ ਕਿਹਨਾਂ ਨੂੰ ਦੱਸਦੇ ਹਾਂ? ਜਿਹੜੀਆਂ ਕਿ ਜਨਰੇਸ਼ਨ ਟੂ ਜਨਰੇਸ਼ਨ ਮੂਵ ਕਰਦੀਆਂ, ਜਿਹੜੀਆਂ ਸਾਡੇ ਪੇਰੈਂਟਸ ਤੋਂ ਸਾਨੂੰ ਹੁੰਦੀਆਂ ਨੇ। ਜਦੋਂ ਇੱਕ ਬੱਚੇ ਦਾ ਬਰਥ ਹੁੰਦਾ ਤਾਂ ਉਹਦੇ ਵਿੱਚ ਇਹ ਬਿਮਾਰੀਆਂ ਪਹਿਲਾਂ ਹੀ ਮੌਜੂਦ ਹੁੰਦੀਆਂ ਨੇ, ਇਸ ਕਰਕੇ ਆਪਾਂ ਇਹਨਾਂ ਨੂੰ ਹੈਰੀਡਿਟੀ ਡਿਸਆਰਡਰ ਆਖਦੇ ਹਾਂ। ਹੀਮੋਫੀਲੀਆ ਹੋ ਗਿਆ, ਫਾਈਨਲ ਕੀਟੋਨ ਯੂਰੀਆ ਹੋ ਗਿਆ ਜਾਂ ਡਾਊਨ ਸਿੰਡਰੋਮ ਹੋ ਗਿਆ, ਇਹ ਸਾਰੇ ਹੀ ਰੋਗ ਕਿਹਦੇ ਨਾਲ ਰਿਲੇਟ ਕਰਦੇ ਨੇ? ਹੈਰੀਡਿਟੀ ਡਿਸਆਰਡਰ ਦੇ ਨਾਲ। ਥਰਡ ਕੁਐਸਚਨ ਆਪਣੇ ਕੋਲ, ਵਿਚ ਆਫ ਫੋਲੋਇੰਗ ਡਿਸੀਜ਼ ਇਜ਼ ਕਾਜ਼ਡ ਬਾਈ ਪ੍ਰੋਟੀਨ ਡੈਫੀਸ਼ੀਐਂਸੀ। ਪ੍ਰੋਟੀਨ ਦੀ ਡੈਫੀਸ਼ੀਐਂਸੀ ਦੇ ਨਾਲ, ਜਿਹਨੂੰ ਅਸੀਂ PEM ਵੀ ਆਖਦੇ ਹਾਂ। PEM ਕੀ ਹੁੰਦਾ? ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ। ਮਾਲ ਨਿਊਟ੍ਰੀਸ਼ਨ ਮਤਲਬ ਨਿਊਟ੍ਰੀਸ਼ਨ ਦੀ ਕਮੀ ਹੋ ਜਾਂਦੀ ਹੈ ਬੱਚਿਆਂ ਦੇ ਵਿੱਚ। ਤਾਂ PEM ਦੇ ਨਾਲ ਜਿਹੜੀ ਮੇਨ ਡੈਫੀਸ਼ੀਐਂਸੀ ਹੁੰਦੀ ਆ ਪ੍ਰੋਟੀਨ ਦੇ ਨਾਲ ਰਿਲੇਟਡ, ਜੋ ਮੇਨ ਡੈਫੀਸ਼ੀਐਂਸੀ ਹੁੰਦੀ ਆ, ਦੋ ਡੈਫੀਸ਼ੀਐਂਸੀਜ਼ ਨੇ, ਕੁਆਸੀਓਕਰ ਤੇ ਮਰਾਸਮਸ। ਕੁਆਸੀਓਕਰ ਇੱਥੇ ਦਿੱਤੀ ਗਈ ਹੈ ਤੇ ਇਸ ਕਰਕੇ ਆਪਣੇ ਕੋਲ ਕੁਆਸੀਓਕਰ ਆਊਗੀ। ਇਹਦੇ ਵਿੱਚ ਬੱਚਿਆਂ ਦੇ ਮੇਨ ਲੱਛਣ ਕੀ ਹੁੰਦੇ ਆ? ਪੈਡਿੰਗ, ਐਡਿਮਾ ਪੈਡਿੰਗ, ਮਤਲਬ ਕਿ ਬੱਚਿਆਂ ਦੇ ਪੈਰਾਂ ਦੇ ਵਿੱਚ ਸਵੈਲਿੰਗ ਹੁੰਦੀ ਆ ਤੇ ਪੇਟ ਬੱਚੇ ਦਾ ਬਾਹਰ ਨੂੰ ਹੋਊਗਾ, ਜਿਹਨੂੰ ਆਪਾਂ ਇੰਡੋਮਨ ਇੰਡੈਂਡਡ ਆਖ ਸਕਦੇ ਹਾਂ। ਦੈਨ ਜਿਹੜੀ ਮਰਾਸਮਸ ਹੁੰਦੀ ਆ ਉਹ ਵੀ ਪ੍ਰੋਟੀਨ ਦੀ ਕਮੀ ਕਰਕੇ ਹੁੰਦੀ ਆ, ਪਰ ਮਰਾਸਮਸ ਦੇ ਵਿੱਚ ਜਿਹੜੀਆਂ ਹੈਗੀਆਂ ਬੱਚੇ ਦੀਆਂ ਰਿਬਸ ਨੇ ਉਹ ਦਿਸਦੀਆਂ ਨੇ, ਬੱਚਾ ਪਤਲਾ ਹੋਊਗਾ। ਇਹ ਦੋਨੋਂ ਹੀ ਕਿਹਦੇ ਨਾਲ ਰਿਲੇਟ ਕਰਦੀਆਂ ਨੇ? ਮਾਲ ਨਿਊਟ੍ਰੀਸ਼ਨ ਦੇ ਨਾਲ। ਠੀਕ ਹੈ ਜੀ, ਮਤਲਬ ਬੱਚਾ ਪ੍ਰੋਪਰ ਡਾਈਟ ਨਹੀਂ ਲਊਗਾ ਤਾਂ ਉਹਦੇ ਚ ਪ੍ਰੋਟੀਨ ਪ੍ਰੋਪਰ ਨਹੀਂ ਲਊਗਾ ਤਾਂ ਪ੍ਰੋਟੀਨ ਦੀ ਡੈਫੀਸ਼ੀਐਂਸੀ ਦੇ ਨਾਲ ਮਰਾਸਮਸ ਤੇ ਕੁਆਸੀਓਕਰ ਦੋ ਮੇਨ ਜਿਹੜੀਆਂ ਡਿਸੀਜ਼ਸ ਨੇ ਉਹ ਬੱਚਿਆਂ ਨੂੰ ਹੋ ਜਾਂਦੀਆਂ। फोर क्वेश्चन अपने कोल, विच ऑफ फॉलोइंग विटामिन्स इज आल्सो नोन एज एस्कॉर्बिक एसिड। एस्कॉर्बिक एसिड विटामिन सी ਦੇ ਵਿੱਚ ਪਾਇਆ ਜਾਂਦਾ। ਵਿਟਾਮਿਨ ਸੀ ਸਾਨੂੰ ਕਿਹਦੇ ਤੋਂ ਮਿਲਦਾ ਹੈਗਾ? ਖੱਟੇ ਜਿਹੜੀਆਂ ਖੱਟੀਆਂ ਯਾਨੀ ਕਿ ਸਿਟਰਸ ਫਰੂਟਸ ਨੇ, ਖੱਟੀ ਜਾਤੀ ਵਾਲੇ ਜਿਹੜੇ ਹੋ ਗਏ, ਜਿਵੇਂ ਨਿੰਬੂ ਹੋ ਗਏ, ਜੋ ਵੀ ਖੱਟੇ ਫਰੂਟਸ ਨੇ ਉਹਨਾਂ ਸਾਰਿਆਂ ਨੂੰ ਅਸੀਂ ਕਿਹੜੀ ਕੈਟਾਗਰੀ ਦੇ ਵਿੱਚ ਰੱਖਦੇ ਹਾਂ? ਸਿਟਰਸ ਫਰੂਟ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ। ਤਾਂ ਉਹਨਾਂ ਤੋਂ ਹੀ ਜਿਹੜਾ ਹੈ ਮੇਨ ਸਾਨੂੰ ਐਸਕॉर्बिक एसिड ਦੀ ਪ੍ਰਾਪਤੀ ਹੁੰਦੀ ਆ। ਦੈਨ ਆਪਣੇ ਕੋਲ ਹੈ 5 ਕੁਐਸਚਨ, ਵਿਚ ਆਫ ਫੋਲੋਇੰਗ ਵਿਟਾਮਿਨ ਹੈਲਪ ਇਨ ਦਾ ਬਲੱਡ ਕਲੌਟਿੰਗ। ਬਲੱਡ ਕਲੌਟਿੰਗ ਦੇ ਲਈ ਜਿਹੜਾ ਮੇਨ ਵਿਟਾਮਿਨ ਮੰਨਿਆ ਜਾਂਦਾ ਹੈ ਵਿਟਾਮਿਨ ਕੇ। ਜੇਕਰ ਬੱਚਿਆਂ ਦੇ ਵਿੱਚ ਵਿਟਾਮਿਨ ਕੇ ਦੀ ਕਮੀ ਹੋ ਜੇ ਤਾਂ ਜਿਵੇਂ ਆਪਾਂ ਹੀਮੋਫੀਲੀਆ ਦੀ ਗੱਲ ਕੀਤੀ ਸੀ ਕਿ ਬਲੀਡਿੰਗ, ਜੇ ਕੋਈ ਸੱਟ ਲੱਗਦੀ ਆ ਕਿਸੇ ਬੱਚੇ ਦੇ ਖੇਡਦਿਆਂ ਜਾਂ ਕਿਸੇ ਵੀ ਪਰਸਨ ਦੇ ਕੋਈ ਸੱਟ ਲੱਗਦੀ ਆ ਤਾਂ ਬਲੱਡ ਦੀ ਕਲੌਟਿੰਗ ਨਹੀਂ ਬਣਦੀ, ਬਲੱਡ ਜਿਹੜਾ ਹੈਗਾ ਉਹ ਜ਼ਿਆਦਾ ਆਊਟ ਹੁੰਦਾ, ਤਾਂ ਉਹਨੂੰ ਅਸੀਂ ਕਿਹੜੀ ਕਮੀ ਦੇ ਕਾਰਨ ਹੋ ਸਕਦਾ ਹੈ? ਜਾਂ ਤਾਂ ਹੀਮੋਫੀਲੀਆ, ਤੁਹਾਡਾ ਹੈਰੀਡਿਟੀ ਡਿਸਆਰਡਰ ਹੋ ਸਕਦਾ, ਜਾਂ ਫਿਰ ਵਿਟਾਮਿਨ ਕੇ ਦੀ ਕਮੀ ਦੇ ਕਰਕੇ। 6 ਕੁਐਸਚਨ ਆਪਣੇ ਕੋਲ, ਵਿਚ ਆਫ ਫੋਲੋਇੰਗ ਇਜ਼ ਨਾਟ ਐਨ ਇਨਫੈਕਟਡ ਡਿਸੀਜ਼ਸ। ਇਨਫੈਕਟਡ ਡਿਸੀਜ਼ਸ ਹੁੰਦੀਆਂ ਜਿਹੜੀਆਂ ਕਿਸੇ ਵਾਇਰਸ ਤੋਂ ਜਾਂ ਬੈਕਟੀਰੀਆ ਤੋਂ ਹੁੰਦੀਆਂ ਤੇ ਜ਼ਿਆਦਾ ਜਿਹੜੀਆਂ ਹੈਗੀਆਂ ਮੂਵ ਕਰਦੀਆਂ। ਤਾਂ ਆਪਣੇ ਕੋਲ ਜਿਹੜੀ ਇਹਨਾਂ ਦੇ ਵਿੱਚ ਹੈ, ਡੇਂਗੂ ਵੀ ਇਨਫੈਕਟਸ ਆ, ਟਾਈਫਾਈਡ ਵੀ ਇਨਫੈਕਟਸ ਆ, ਤੇ ਵੂਪਿੰਗ ਕਫ ਜਾਨੀ ਪਰਟਿਊਸਿਸ ਤੇ ਜਿਹੜੀਆਂ ਹੈਗੀਆਂ ਪਰਟਿਊਸਿਸ ਬਿਮਾਰੀ ਵੀ ਜਿਹੜੀ ਆਪਣੇ ਲਈ ਸਾਰੀਆਂ ਇਨਫੈਕਟਸ ਡਿਸੀਜ਼ਸ ਨੇ। ਸਿਰਫ ਜਿਹੜੀ ਸਕਰਵੀ ਰੋਗ ਹੈਗਾ, ਸਕਰਵੀ ਰੋਗ ਵਿਟਾਮਿਨ ਸੀ ਦੀ ਕਮੀ ਦੇ ਨਾਲ ਹੋਣ ਵਾਲਾ ਰੋਗ ਆ, ਤਾਂ ਇਹਨੂੰ ਅਸੀਂ ਇਨਫੈਕਟਡ ਡਿਸੀਜ਼ਸ ਦੇ ਵਿੱਚ ਨਹੀਂ ਰੱਖਦੇ। 7 ਕੁਐਸਚਨ ਆਪਣੇ ਕੋਲ, ਵਿਚ ਇਜ਼ ਰੋਂਗ ਅਬਾਊਟ ਐਕਟੀਵਿਟੀ ਏਰੀਆ। ਐਕਟੀਵਿਟੀ ਏਰੀਆ ਦੇ ਬਾਰੇ ਚ ਕਿਹੜਾ ਰੋਂਗ ਆ?
ਦੇਖੋ ਜਿਹੜਾ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਐਕਟੀਵਿਟੀ ਏਰੀਆ ਉਹ ਕਿਵੇਂ ਦਾ ਹੋਣਾ ਚਾਹੀਦਾ ਹੈਗਾ, ਫੁੱਲ ਆਫ ਕ੍ਰੀਏਟਿਵ ਮਟੀਰੀਅਲ, ਕਿਉਂਕਿ ਬੱਚਾ ਛੋਟਾ ਖੇਡ ਕੇ ਸਿੱਖੂਗਾ ਤਾਂ ਵੱਧ ਤੋਂ ਵੱਧ ਕ੍ਰੀਏਟਿਵ ਮਟੀਰੀਅਲ ਦੋ। ਮਟੀਰੀਅਲ ਡਿਸਪਲੇ ਇਨ ਓਪਨ, ਮਟੀਰੀਅਲ ਓਪਨ ਦੇ ਵਿੱਚ ਡਿਸਪਲੇ ਕੀਤਾ ਹੋਵੇ, ਖਿਡੌਣੇ ਜੋ ਵੀ ਬਲੌਕਸ ਵਗੈਰਾ ਬੱਚੇ ਨੇ ਯੂਜ਼ ਕਰਨੇ ਨੇ ਓਪਨ ਦੇ ਵਿੱਚ ਹੋਵੇ। ਏਰੀਆ ਕਲੀਨ ਹੋਣਾ ਚਾਹੀਦਾ, ਸਫਾਈ ਹੋਣੀ ਚਾਹੀਦੀ ਹੈ ਉੱਥੇ। ਐਂਡ ਐਕਟੀਵਿਟੀ ਏਰੀਆ ਕੀਪ ਫਿਕਸ, ਐਕਟੀਵਿਟੀ ਏਰੀਆ ਫਿਕਸ ਨਹੀਂ ਹੋਣਾ ਚਾਹੀਦਾ। ਅਕੋਰਡਿੰਗ ਟੂ ਐਕਟੀਵਿਟੀ ਏਰੀਆ ਕੀ ਹੋਣਾ ਚਾਹੀਦਾ, ਚੇਂਜੇਬਲ ਹੋਣਾ ਚਾਹੀਦਾ, ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ। ਇਸ ਕਰਕੇ ਆਪਣੇ ਕੋਲ ਜਿਹੜੀ ਇੱਥੇ ਸੀ ਆਪਸ਼ਨ ਹੈਗੀ ਆ ਉਹ ਕੀ ਹੋਊਗੀ, ਰੋਂਗ। ਨੈਕਸਟ ਕੁਐਸਚਨ ਆ, ਵਿਚ ਮਿਨਿਸਟਰੀ ਸੁਪਰਵਾਈਜ਼ ਦਾ ਪ੍ਰੋਗਰਾਮ ਆਫ ECCE। ECCE ਕੀ ਹੁੰਦਾ, अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। 2013 ਦੇ ਵਿੱਚ ਇਹ ਪਾਲਿਸੀ ਪਾਸ ਕੀਤੀ ਗਈ ਸੀਗੀ ਤੇ ਇਸ ਟਾਈਮ ਅੱਗੇ ਜਾ ਕੇ ਜਿਹੜੀ ECC ਆ 2020 ਦੀ ਪਾਲਿਸੀ ਦੇ ਅਕੋਰਡਿੰਗ ਮਿਨਿਸਟਰੀ ਆਫ ਐਜੂਕੇਸ਼ਨ, ਵਿਮਨ ਐਂਡ ਚਾਈਲਡ ਕੇਅਰ ਡਿਵੈਲਪਮੈਂਟ ਮਿਨਿਸਟਰੀ ਵੀ ਇਹਨੂੰ ਫੋਲੋ ਕਰੂਗੀ ਤੇ ਮਿਨਿਸਟਰੀ ਆਫ ਹੈਲਥ ਵੀ ਇਹਦੇ ਵਿੱਚ ਹੈਲਪ ਪ੍ਰੋਵਾਈਡ ਕਰੂਗੀ। ਬਟ ਇਸ ਟਾਈਮ ਜਿਹੜੀ ਇਹ ECC ਹੈ ਇਹਨੂੰ ਕਿਹੜਾ ਮੰਤਰਾਲਾ ਡੀਲ ਕਰ ਰਿਹਾ ਹੈਗਾ, ਵਿਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ। ਨੈਕਸਟ ਕੁਐਸਚਨ ਆਪਣੇ ਕੋਲ, which of following approach not of teaching methodology according to NCERT ਨੇ ਜਿਹੜੀਆਂ ਅਪਰੋਚਸ ਦਿੱਤੀਆਂ ਹੋਈਆਂ ਨੇ ਟੀਚਿੰਗ ਮੈਥੋਡੋਲੋਜੀ ਨੂੰ ਅਡਾਪਟ ਕਰਨ ਦੇ ਲਈ ਕਿ ਇੱਕ ਟੀਚਰ ਕਿਵੇਂ ਪੜ੍ਹਾਊਗਾ, ਉਹਦੇ ਲਈ ਉਹ ਮੈਥਡ ਨੂੰ ਅਡਾਪਟ ਕਰਨ ਦੇ ਵਿੱਚ ਕਿਹੜਾ ਇੱਕ ਜਿਹੜਾ ਅਪਰੋਚ ਆ ਉਹਨੂੰ ਮੈਂਸ਼ਨ ਨਹੀਂ ਕੀਤਾ ਗਿਆ। ਥੀਮ ਐਂਡ ਪਲੇ ਬੇਸਡ, ਬਿਲਕੁਲ NCERT ਨੇ ਮੈਂਸ਼ਨ ਕੀਤਾ ਕਿ ਤੁਹਾਡੀ ਜਿਹੜੀ ਟੀਚਿੰਗ ਹੈਗੀ ਆ ਸ਼ੈਲੀ ਤੁਸੀਂ ਅਡਾਪਟ ਕਰੋਗੇ ਉਹ ਥੀਮ ਬੇਸਡ ਹੋਵੇ, ਖੇਡ ਤੇ ਆਧਾਰਿਤ ਹੋਵੇ, ਐਕਟੀਵਿਟੀ ਬੇਸਡ ਹੋਵੇ, ਕਿਉਂਕਿ ਖਾਸ ਕਰਕੇ ਬੱਚਾ ਛੋਟੀ ਉਮਰ ਦੇ ਵਿੱਚ ਪਲੇ ਤੇ ਐਕਟੀਵਿਟੀ ਦੇ ਰਾਹੀਂ ਸਿੱਖਦਾ, ਤੇ ਕਰਿਕੂਲਮ ਦੇ ਬੇਸਡ ਹੋਵੇ। ਅਮਾਉਂਟ ਬੇਸਡ ਦੀ ਗੱਲ NCERT ਨੇ ਨਹੀਂ ਕੀਤੀ, ਤਾਂ ਆਪਣੇ ਕੋਲ ਇੱਥੇ D ਆਪਸ਼ਨ ਆ ਜਿਹੜਾ ਉਹ ਇੱਥੇ ਆਨਸਰ ਬਣੂਗਾ, ਕਿਉਂਕਿ ਇਹ ਉਹਦੀ ਸ਼ੈਲੀ ਨੂੰ ਧਿਆਨ ਦੇ ਵਿੱਚ, ਜਦੋਂ ਤੁਸੀਂ ਸ਼ੈਲੀ ਅਡਾਪਟ ਕਰਨੀ ਹੈ, ਟੀਚਰ ਨੇ ਇੱਕ ਟੀਚਿੰਗ ਮੈਥਡ ਅਡਾਪਟ ਕਰਨਾ, ਤਾਂ ਉਦੋਂ ਉਹ ਅਮਾਉਂਟ ਨੂੰ ਧਿਆਨ ਦੇ ਵਿੱਚ ਨਹੀਂ ਰੱਖੂਗਾ। 10th ਕੁਐਸਚਨ ਆਪਣੇ ਕੋਲ, what should be first step of activity method। ਐਕਟੀਵਿਟੀ ਮੈਥਡ ਖਾਸ ਕਰਕੇ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਬੜਾ ਹੀ ਇੰਪੋਰਟੈਂਟ ਹੋ ਜਾਂਦਾ, ਤਾਂ ਇਸ ਮੈਥਡ ਦੇ ਲਈ ਸਭ ਤੋਂ ਪਹਿਲਾ ਸਟੈਪ ਕੀ ਹੋਊਗਾ, ਸਿਲੈਕਸ਼ਨ ਆਫ ਐਕਟੀਵਿਟੀ। ਇੱਕ ਟੀਚਰ ਖਾਸ ਤੌਰ ਤੇ ਪ੍ਰੀ ਪ੍ਰਾਇਮਰੀ ਲੈਵਲ ਦੇ ਉੱਪਰ ਬੱਚੇ ਦੇ ਲਈ ਐਕਟੀਵਿਟੀ ਨੂੰ ਸਿਲੈਕਟ ਕਰੂਗਾ, ਫਿਰ ਬੱਚੇ ਨੂੰ ਐਕਟੀਵਿਟੀ ਪ੍ਰੋਵਾਈਡ ਕਰੂਗਾ, ਫਿਰ ਐਕਟੀਵਿਟੀ ਨੂੰ ਬੱਚਾ ਕਿਵੇਂ ਕਰ ਰਿਹਾ ਹੈਗਾ ਉਹਨੂੰ ਆਬਜ਼ਰਵ ਕਰੂਗਾ, ਦੈਨ ਇਵੈਲੂਏਟ ਕਰੂਗਾ। ਤਾਂ ਸਭ ਤੋਂ ਪਹਿਲਾ ਸਟੈਪ ਉਹਦਾ ਕੀ ਹੈ, ਸਿਲੈਕਸ਼ਨ ਆਫ ਐਕਟੀਵਿਟੀ। 11th ਕੁਐਸਚਨ, ਕ੍ਰੀਏਟਿਵ ਪਲੇ। ਕ੍ਰੀਏਟਿਵ ਪਲੇ ਕੀ ਹੁੰਦਾ, ਜਿਹਦੇ ਚ ਬੱਚਾ ਕਿਸੇ ਨਾ ਕਿਸੇ ਚੀਜ਼ ਦੀ ਸਿਰਜਣਾ ਕਰ ਰਿਹਾ ਹੁੰਦਾ, ਮੈਨੂਪਲੇਟਿਵ ਵੇ ਦੀਆਂ ਜਿਹੜੀਆਂ ਮਟੀਰੀਅਲ ਨੂੰ ਯੂਜ਼ ਕਰਕੇ। ਮੋਸਟ ਇਫੈਕਟ ਦਾ ਡੈਸ਼ ਡੋਮੇਨ ਆਫ ਡਿਵੈਲਪਮੈਂਟ, ਤਾਂ ਡਿਵੈਲਪਮੈਂਟ ਦੇ ਕਿਹੜੇ ਡੋਮੇਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ, ਕ੍ਰੀਏਟੀਵਿਟੀ, ਇਮੈਜੀਨੇਸ਼ਨ, ਇਹ ਸਾਰੀਆਂ ਚੀਜ਼ਾਂ। ਡਾਇਵਰਜੈਂਟ ਥਿੰਕਿੰਗ ਬੱਚੇ ਦੇ ਕੋਗਨੈਟਿਵ ਦੇ ਨਾਲ ਸੰਬੰਧਿਤ ਆ, ਬੌਧਿਕ ਵਿਕਾਸ ਦੇ ਨਾਲ ਸੰਬੰਧਿਤ ਆ, ਤਾਂ ਇਸ ਕਰਕੇ ਸਭ ਤੋਂ ਜ਼ਿਆਦਾ ਜਿਹੜੀ ਕ੍ਰੀਏਟਿਵ ਪਲੇ ਆ ਬੱਚੇ ਦੇ ਬੌਧਿਕ ਵਿਕਾਸ ਨੂੰ ਪ੍ਰਭਾਵਿਤ ਕਰੂਗੀ। 12th ਕੁਐਸਚਨ, ਪ੍ਰੀ ਸਕੂਲ ਸਿੱਖਿਆ ਵਿੱਚ ICT ਕੀ ਹੈਗੀ ਆ, ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਕਿਹਦੇ ਚ ਮਦਦ ਨਹੀਂ ਕਰਦੀ। ਨੋਟ ਵਾਲਾ ਕੁਐਸਚਨ ਹੈ ਆਪਣੇ ਕੋਲ। ਪਹਿਲਾਂ ਤਾਂ ਦੇਖੋ, ਲਰਨਿੰਗ ਆਫ ਚਾਈਲਡ, ਬਿਲਕੁਲ ਬੱਚੇ ਦੇ ਸਿੱਖਣ ਦੇ ਵਿੱਚ ਮਦਦ ਕਰਦੀ ਹੈ। ਚਾਈਲਡ ਡਿਵੈਲਪਮੈਂਟ, ਬੱਚਾ ਵਿਕਾਸ ਕਿਵੇਂ ਕਰ ਰਿਹਾ ਹੈਗਾ, ਅਸੀਂ ਬਹੁਤ ਸਾਰੀਆਂ ਸਟੇजेस, ਬਹੁਤ ਸਾਰੀ ਲਰਨਿੰਗ ICT ਦੇ ਥਰੂ ਕਰਦੇ ਹਾਂ। ਪਾਰਟਿਸਿਪੇਸ਼ਨ ਆਫ ਚਾਈਲਡ, ਇੱਕ ਬੱਚੇ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ICT ਦਿੰਦੀ ਆ। ਮੇਕ ਐਜੂਕੇਸ਼ਨ ਬੋਰਡ, ਇਹ ਗਲਤ ਆ, ਕਿਉਂਕਿ ਇਹ ਐਜੂਕੇਸ਼ਨ ਨੂੰ ਬੱਚਿਆਂ ਦੇ ਲੈਵਲ ਉੱਪਰ ਖਾਸ ਕਰਕੇ ਇੰਟਰਸਟਿੰਗ ਬਣਾਉਂਦੀ ਆ, ਬੋਝਲ ਨਹੀਂ ਬਣਾਉਂਦੀ, ਤਾਂ ਇਸ ਕਰਕੇ ਆਪਣੇ ਕੋਲ ਜਿਹੜਾ ਹੈ ਇੱਥੇ ਕੀ ਆਨਸਰ ਬਣੂਗਾ, D। 13 ਕੁਐਸਚਨ ਆ, ਹਾਊ ਅ ਟੀਚਰ ਕੈਨ ਬਿਲਡ ਗੁੱਡ ਹੈਬਿਟ ਇਨ ਚਾਈਲਡ। ਇੱਕ ਟੀਚਰ ਬੱਚੇ ਦੇ ਵਿੱਚ ਕਿਵੇਂ ਗੁੱਡ ਹੈਬਿਟ ਨੂੰ ਬਿਲਡ ਕਰ ਸਕਦਾ। ਫਰਸਟ ਆਪਸ਼ਨ ਆਪਣੇ ਕੋਲ, ਥਰੂ ਲਵ, ਪਿਆਰ ਦੇ ਨਾਲ ਬੱਚੇ ਨੂੰ ਸਮਝਾ ਕੇ, ਵਿਦ ਕ੍ਰੀਏਟ ਐਕਟੀਵਿਟੀਜ਼, ਇੱਥੇ ਸਪੈਲਿੰਗ ਗਲਤ ਨੇ, ਐਕਟੀਵਿਟੀਜ਼ ਦੇ ਰਾਹੀਂ ਅੱਛੀਆਂ ਐਕਟੀਵਿਟੀਜ਼ ਬੱਚੇ ਦੇ ਨਾਲ ਲਈ ਕ੍ਰੀਏਟ ਕਰਕੇ, ਤੇ ਗਾਈਡੈਂਸ ਦੇ ਕੇ। ਆਪਣੇ ਕੋਲ ਸਾਰੀਆਂ ਚੀਜ਼ਾਂ ਹੀ ਸ਼ਾਮਲ ਹੋਣਗੀਆਂ, ਤਾਂ ਆਨਸਰ ਕੀ ਹੈ, ਆਲ ਆਫ ਦੀਜ਼। 14 ਜਜਮੈਂਟ ਬਿਟਵੀਨ ਰਾਈਟ ਐਂਡ ਰੋਂਗ। ਬਹੁਤ ਸਾਰੇ ਬੱਚੇ ਇਸ ਕੁਐਸਚਨ ਦੇ ਵਿੱਚ ਸਭ ਤੋਂ ਜ਼ਿਆਦਾ ਕਨਫਿਊਜ਼ ਹੁੰਦੇ ਆ। ਦੇਖੋ, ਜੇ ਦਿੱਤਾ ਹੋਵੇ ਸਿਚੁਏਸ਼ਨ ਰਾਈਟ ਐਂਡ ਰੋਂਗ ਦੀ ਸਿਚੁਏਸ਼ਨ ਆ, ਤਾਂ ਆਪਣੇ ਲਈ ਸਿਰਫ ਡੈਲੀਮਾ, ਦੁਵਿਧਾ ਦੀ ਸਿਚੁਏਸ਼ਨ ਆ। ਬਟ ਜਦੋਂ ਇੱਕ ਬੱਚਾ ਵਰਡ ਤੁਹਾਡੇ ਕੋਲ ਆ ਜੇ ਜਜਮੈਂਟ, ਜਦੋਂ ਵੀ ਜਜਮੈਂਟ ਕਰ ਲੇ ਬੱਚਾ ਰਾਈਟ ਐਂਡ ਰੋਂਗ ਦੇ ਵਿੱਚ, ਤਾਂ ਉਹਨੂੰ ਅਸੀਂ ਕੀ ਆਖਦੇ ਹੈਗੇ ਆ, ਮੋਰਲ ਰੀਜ਼ਨਿੰਗ। ਜਿੱਥੇ ਤੁਹਾਡੇ ਕੋਲ ਵਰਡ ਆ ਗਿਆ ਜਜਮੈਂਟ, ਉੱਥੇ ਤੁਹਾਡਾ ਆਪਣੇ ਆਪ ਹੀ ਆਨਸਰ ਮੋਰਲ ਰੀਜ਼ਨਿੰਗ ਹੋ ਜਾਂਦਾ। 15 when you teach values by storytelling, ਜੋ ਤੁਸੀਂ ਇੱਕ ਬੱਚੇ ਨੂੰ ਸਟੋਰੀ, ਕਹਾਣੀਆਂ ਸੁਣਾ ਕੇ ਵੈਲਿਊ ਸਿਖਾ ਰਹੇ ਹੁੰਦੇ ਹੋ, ਤਾਂ ਕਿਹੜਾ ਮੈਥਡ ਯੂਜ਼ ਹੋ ਰਿਹਾ। ਵੈਲਿਊ ਦੇ ਵਿੱਚ, ਵੈਲਿਊ ਟੀਚਿੰਗ ਦੇ ਵਿੱਚ ਮੈਂ ਤੁਹਾਨੂੰ ਦੋ ਮੈਥਡ ਕਰਵਾਏ ਸੀ, ਡਾਇਰੈਕਟ ਮੈਥਡ ਤੇ ਇਨਡਾਇਰੈਕਟ ਮੈਥਡ। ਡਾਇਰੈਕਟ ਮੈਥਡ ਹੁੰਦਾ ਜਦੋਂ ਟੀਚਰ ਆਪਦੇ ਆਪ ਨੂੰ ਬੱਚਿਆਂ ਦੇ ਸਾਹਮਣੇ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰਦਾ, ਕਹਾਣੀਆਂ ਸੁਣਾਉਂਦਾ, ਆਪਣੀਆਂ ਕਹਾਣੀਆਂ ਸੁਣਾਉਂਦਾ, ਕਿਸੇ ਦੀ ਬਾਇਓਗ੍ਰਾਫੀ ਸੁਣਾਉਂਦਾ, ਤੇ ਉਹਨਾਂ ਦੀਆਂ ਵੈਲਿਊਜ਼ ਦੇ ਰਾਹੀਂ ਬੱਚੇ ਨੂੰ ਵੈਲਿਊ ਸਿਖਾ ਰਿਹਾ ਹੁੰਦਾ, ਤਾਂ ਉਹਨੂੰ ਅਸੀਂ ਕੀ ਆਖਦੇ ਹੈਗੇ ਆ,
डायरैक्ट मैथड, इनडायरैक्ट मैथड हैगा जिवें ਅਸੀਂ ਖੇਡਾਂ ਦੇ ਰਾਹੀਂ ਕੋ ਕਰਿਕੂਲਰ ਐਕਟੀਵਿਟੀਜ਼ ਦੇ ਰਾਹੀਂ ਬੱਚੇ ਚ ਇਨਡਾਇਰੈਕਟਲੀ ਰੂਟ ਕਰੀਏ ਵੈਲਿਊ ਐਜੂਕੇਸ਼ਨ ਨੂੰ, ਤਾਂ ਉਹ ਸਾਡੇ ਕੋਲ ਇਨਡਾਇਰੈਕਟ ਮੈਥਡ ਹੋਣਗੇ। 16 ਆਪਣੇ ਕੋਲ ICDS, ICDS ECC ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਰਵਿਸਿਜ਼ ਸਕੀਮ ਆ, ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਸਕੀਮ। ਕਦੋਂ ਲਾਂਚ ਹੋਈ ਸੀ ਇਹ? 2 ਅਕਤੂਬਰ 1975 ਦੇ ਵਿੱਚ। ਮੇਨ ਕੰਮ ਕਰਦੀ ਹੈਗੀ ਆ ਨਿਊਟ੍ਰੀਸ਼ਨ, ਹੈਲਥ, ਇਮਿਊਨਾਈਜੇਸ਼ਨ, ਐਜੂਕੇਸ਼ਨ, ਹਰ ਇੱਕ ਫੀਲਡ ਦੇ ਵਿੱਚ। ਕਿੰਨਾਂ ਲਈ ਕੰਮ ਕਰਦੀ ਹੈਗੀ ਆ? ਚਿਲਡਰਨਸ ਦੇ ਲਈ, ਲੈਕਟੇਟਿੰਗ ਵੂਮਨਸ ਦੇ ਲਈ ਤੇ ਪ੍ਰੈਗਨੈਂਟ ਵੂਮਨਸ ਦੇ ਲਈ। 17th क्वेश्चन अपने कुल गुजरात विच किसने रस्मी तौर ते सिक्ख्या प्री प्राइमरी सिक्ख्या? ठीक है जी, इहनूं ध्यान दे विच रखियो, प्री स्कूल सिक्ख्या बारे पुछया गया, इत्थे मैंशन नहीं। प्री स्कूल सिक्ख्या जिहड़ी हैगी गुजरात दे विच जिहड़ा भावनगर दे विच स्टार्ट कीती सी, किन्ना ने कीती? सब तो पहला गीजू बाई बदेका ने। ये कॉमन क्वेश्चन ने, बेसिक क्वेश्चन ने, होप तुहानूं सारिआं नूं क्लीयर होणगे। नैक्सट क्वेश्चन आ, किहड़ा अदारा ECC ਦੀ ਸਿੱਖਿਆ ਵਿੱਚ ਸ਼ਾਮਲ ਨਹੀਂ ਹੈ? ECC ਦੀ ਸਿੱਖਿਆ ਦੇ ਵਿੱਚ ਜਿਹੜੇ ਅਦਾਰੇ ਸ਼ਾਮਲ ਨੇ, ਖਾਸ ਕਰਕੇ 2020 ਦੀ ਪਾਲਿਸੀ ਦੇ ਅਕੋਰਡਿੰਗ ਕਿਹੜੇ-ਕਿਹੜੇ ਅਦਾਰਿਆਂ ਨੂੰ ਅਸੀਂ ਸ਼ਾਮਲ ਕਰਦੇ ਹਾਂ? 2020 ਦੀ ਪਾਲਿਸੀ ਦੇ ਵਿੱਚ ਖਾਸ ਤੌਰ ਤੇ ਆਖਿਆ ਗਿਆ ਕਿ ਪ੍ਰੀ ਸਕੂਲਾਂ ਦੇ ਵਿੱਚ ECC ਦਿੱਤੀ ਜਾ ਸਕਦੀ ਹੈ, ਆਂਗਨਵਾੜੀ ਸੈਂਟਰਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਤੇ ਬਾਲ ਵਾਟਿਕਾਸ ਦੇ ਵਿੱਚ ਦਿੱਤੀ ਜਾ ਸਕਦੀ ਹੈ। ਮਿਡ ਡੇ ਮੀਲ ਇੱਕ ਇੰਸਟੀਟਿਊਸ਼ਨ ਨਹੀਂ ਆ, ਇਹਦਾ ਅਦਾਰਾ ਨਹੀਂ ਆ ECC ਦਾ, ਇਹ ਸਿਰਫ ਇੱਕ ਸਰਵਿਸ ਆ ਜਿਹੜੀ ਕਿ ਤੁਸੀਂ ਅੱਗੇ ਜਾ ਕੇ ECC ਦੇ ਵਿੱਚ ਵੀ ਸ਼ਾਮਲ ਕਰੋਗੇ। ਬਟ ਜਿਹੜੇ ਮੇਨ ਇੰਸਟੀਟਿਊਸ਼ਨ ਨੇ ECC ਦੇ, ਉਹ ਪ੍ਰੀ ਸਕੂਲ, ਆਂਗਨਵਾੜੀ, ਬਾਲ ਵਾਟਿਕਾਸ ਇਹ ਨੇ। ਠੀਕ ਹੈ ਜੀ। ਦੈਨ ਹੈਗਾ ਆਪਣੇ ਕੋਲ 19 ਕੁਐਸਚਨ, ਰਾਸ਼ਟਰੀ ਕਰੈਚੇ ਸਰਵਿਸਿਜ਼ ਸਕੀਮ, ਜਿਹਦਾ ਪੁਰਾਣਾ ਨਾਮ ਸੀਗਾ ਰਾਜੀਵ ਗਾਂਧੀ ਨੈਸ਼ਨਲ ਕਰੈਚੇ ਸਕੀਮ, ਜਿਹੜੀ ਕਿ ਖਾਸ ਤੌਰ ਤੇ ਵਰਕਿੰਗ ਜਿਹੜੀਆਂ ਵੂਮਨਸ ਨੇ ਉਹਨਾਂ ਦੇ 6 ਮਹੀਨਿਆਂ ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੀ ਕੇਅਰ ਕਰਨ ਦੇ ਲਈ ਖੋਲੇ ਗਏ ਸੀਗੇ। ਇਹਨਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਗਿਣਤੀ ਹੋਊਗੀ ਉਹ ਕਿੰਨੀ ਆਖੀ ਗਈ ਹੈਗੀ ਆ? ਅੱਛਾ, ਕਿੰਨੇ ਦਿਨ ਓਪਨ ਕਰਨਾ? ਹਾਊ ਮੈਨੀ ਡੇਜ਼ ਇਨ ਨੈਸ਼ਨਲ ਕਰੈਚੇ ਓਪਨ ਇਨ ਮੰਥ, ਮਹੀਨੇ। 20 ਕੁਐਸਚਨ ਆਪਣੇ ਕੋਲ, ਨੈਸ਼ਨਲ ਕਰੈਚੇ ਸਕੀਮ, ਰਾਸ਼ਟਰੀ ਕਰੈਚ ਸਕੀਮ ਵਿੱਚ ਕਿਹੜੀ ਉਮਰ ਦੇ ਬੱਚੇ ਸ਼ਾਮਲ ਕੀਤੇ ਜਾਂਦੇ ਨੇ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ 6 ਨੂੰ ਦੱਸਿਆ ਸੀਗਾ ਜਦੋਂ ਆਪਾਂ ਇਹ ਟੌਪਿਕ ਨੂੰ ਕੀਤਾ ਸੀਗਾ ਕਿ ਇਹ ਤੁਹਾਨੂੰ ਆਪਸ਼ਨ ਦੇਖਣੀ ਪਊਗੀ। ਜਿਵੇਂ ਇਸ ਆਪਸ਼ਨ ਦੇ ਵਿੱਚ 0 ਤੋਂ 6 ਵੀ ਦਿੱਤਾ ਹੋਇਆ ਨਾ, 6 ਮੰਥ ਤੋਂ 6 ਈਅਰ ਵੀ ਦਿੱਤਾ ਹੋਇਆ, 6 ਵੀਕ ਤੋਂ 6 ਈਅਰ ਵੀ ਦਿੱਤਾ ਹੋਇਆ। ਜੇ ਤੁਹਾਨੂੰ 6 ਮੰਥ ਦੀ ਆਪਸ਼ਨ ਨਹੀਂ ਦਿੱਤੀ ਹੋਈ, ਵੈਸੇ ਤੁਹਾਡਾ ਆਨਸਰ ਹੋਊਗਾ 6 ਮੰਥ ਤੋਂ ਲੈ ਕੇ 6 ਈਅਰ ਤੱਕ। ਜੇ ਤੁਹਾਨੂੰ ਇਹ 6 ਈਅਰ ਤੱਕ, 6 ਮੰਥ ਤੋਂ 6 ਈਅਰ ਦਾ ਟਾਈਮ ਨਹੀਂ ਦਿੱਤਾ, ਸਿਰਫ 0 ਤੋਂ 6 ਦਾ ਦਿੱਤਾ, ਤਾਂ ਫਿਰ ਤੁਹਾਡਾ ਆਨਸਰ 0 ਤੋਂ 6 ਹੋ ਸਕਦਾ। ਬਟ ਐਗਜ਼ੈਕਟ ਜਿਹੜਾ ਟਾਈਮ ਸੀਗਾ ਉਹ 6 ਮੰਥ ਤੋਂ ਲੈ ਕੇ 6 ਸਾਲ ਦੇ ਬੱਚੇ ਦੇ ਲਈ ਆ, ਤੇ ਇਸ ਕਰਕੇ ਆਪਣਾ ਜਿਹੜਾ ਸਭ ਤੋਂ ਪਰਫੈਕਟ ਆਨਸਰ ਇੱਥੇ ਬਣੂਗਾ ਉਹ 6 ਮੰਥ ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੇ ਲਈ ਆ। ਠੀਕ ਹੈ ਜੀ, ਇਹ ਸੀਗੇ ਸਾਡੇ ਅੱਜ ਦੇ MCQ ਡਿਸਕਸ਼ਨ। ਨੈਕਸਟ ਕਲਾਸ ਦੇ ਵਿੱਚ ਨਵੀਂ ਸੀਰੀਜ਼ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।